ਫਿਰੋਜ਼ਪੁਰ ਦੇ ਵਿੱਚ ਜਿਹੜੀ ਪੁਲਿਸ ਮੁਲਾਜ਼ਮਾਂ ਦੇ ਕੋਲੋਂ ਹੀਰੋਇਨ ਬਰਾਮਦ ਹੁੰਦੀ ਹੈ ਕਾਰ ਦੇ ਮਡਗਾਰਡ ਦੇ ਵਿੱਚ ਲੁਕੋਈ। ਪੁਲਿਸ ਇਹ ਦਾਅਵਾ ਕਰਦੀ ਹੈ ਕਿ ਨਹੀਂ, ਉਹ ਤਾਂ ਛਾਪਾ ਮਾਰਨ ਗਏ ਸੀ ਤੇ ਪੁਲਿਸ ਨੇ ਉਹ ਬਰਾਮਦਗੀ ਕੀਤੀ। ਉਹ ਤਸਕਰਾਂ ਨੇ ਰੋਲਾ ਪਾ ਦਿੱਤਾ ਤੇ ਪਿੰਡ ਵਾਲਿਆਂ ਨੇ ਘੇਰਾ ਪਾ ਲਿਆ ਕਿ ਵਾਕਈ ਉਹ ਬੇਕਸੂਰੇ ਟੰਗੇ ਗਏ ਵਿਚਾਰੇ ਪੁਲਿਸ ਵਾਲੇ। ਨਸ਼ਾ ਜਿਹੜਾ ਉਹ ਸਰਕਾਰਾਂ ਹੀ ਵੇਚਦੀਆਂ ਨੇ ਔਰ ਮੇਰੇ ਕੋਲ ਪ੍ਰੂਫ ਹੈ ਇਸ ਗੱਲ ਦੇ। ਗਵਰਨਮੈਂਟ ਦੀ ਜਿਹੜੀ ਛਵੀ ਹੈ ਉਹਨੂੰ ਬਚਾਉਣ ਦੀ ਖਾਤਰ ਵਿਚਾਰਾ ਤਰਲੋ ਮੱਛੀ ਹੋ ਕੇ ਬੜੇ ਤਰੀਕੇ ਦੇ ਨਾਲ ਉਹਨਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਉਹ ਫਸੀ ਕਸੂਤੀ ਸਥਿਤੀ ਦੇ ਵਿੱਚ ਮਹਿਸੂਸ ਹੋ ਰਹੇ ਸੀ ਦੇਖਣ ਦੇ ਵਿੱਚ ਵੀ, ਤਾਂ ਉਹਦੇ ਵਿੱਚ ਸਰਕਾਰ ਦੀ ਛਵੀ ਹੋਰ ਵਧੀਆ ਬਣਨੀ ਸੀਗੀ। ਇੱਕ ਵੱਡੇ AIG ਰੈਂਕ ਦੇ ਪੁਲਿਸ ਆਫੀਸਰ ਤੋਂ ਇਹ ਬਿਆਨ ਦਵਾ ਦੇਣਾ ਕਿ ਜੀ ਉਹ ਤਾਂ ਜੀ ਆਲਰੇਡੀ ਉਹ ਜਾ ਰਹੇ ਸੀ, ਨਹੀਂ ਤਾਂ ਉੱਥੋਂ ਕੱਢ ਲੈਣਾ ਸੀ ਜੀ, ਫਲਾਨਾ ਕਰ ਰਹੇ ਸੀ। ਔਰ ਲੁੱਕ ਮਤਲਬ ਇੱਕ ਬਹੁਤ ਵੱਡੀ ਇੱਕ ਕਨਕੌਕਟਡ ਸਟੋਰੀ, ਇੱਕ ਕਹਾਣੀ ਜੀ ਨਜ਼ਰ ਆਉਂਦੀ ਹੈ ਜਿਹਦੇ 'ਚ ਪੁਲਿਸ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੇ ਲੋਕਾਂ ਨੇ ਪਿੱਛਾ ਕੀਤਾ ਤੇ ਜਿਹੜੇ ਲੋਕਾਂ ਨੇ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਤੇ ਬਕਾਇਦਾ ਪਰਚਾ ਦਰਜ ਹੋਏਗਾ, ਕਾਰਵਾਈ ਹੋਏਗੀ। ਇਹ ਤਾਂ ਬਹੁਤ ਹੀ ਮਾੜੀ ਗੱਲ ਹੈ। ਤਾਂ ਉਹਨਾਂ ਨੂੰ ਹਿੱਕ ਠੋਕ ਕੇ ਕਹਿਣਾ ਚਾਹੀਦਾ ਸੀ ਕਿ ਜੀ ਸਾਡੇ ਅਫਸਰਾਂ ਨਾਲ ਗੱਲ ਕਰੋ, ਸਾਡੇ ਅਫਸਰਾਂ ਨੇ ਸਾਨੂੰ ਭੇਜਿਆ, ਅਸੀਂ ਤਾਂ ਫੜ ਕੇ ਲਏ ਆ। ਉਹਨਾਂ ਨੂੰ ਤਾਂ ਬਕਾਇਦਾ ਫਕਰ ਦੇ ਨਾਲ ਗੱਲ ਕਹਿਣੀ ਚਾਹੀਦੀ ਸੀਗੀ ਕਿ ਅਸੀਂ ਤਾਂ ਜੀ ਦੱਬੀ ਹੋਈ ਕੱਢ ਕੇ ਲਿਆਏ ਆ। ਤਾਂ ਲੋਕ ਇੰਨੇ ਪਾਗਲ ਨਹੀਂ ਹੈਗੇ। ਕਹਿੰਦੇ ਜੀ ਤੁਸੀਂ ਕਹਿੰਦੇ ਰਿਕਵਰੀ ਕਰਨ ਲਈ ਆਏ ਸੀ, ਫਿਰ ਰਿਕਵਰੀ ਵਾਸਤੇ ਇੰਨੀ ਮਿਹਨਤ ਕਿਉਂ ਕੀਤੀ? ਜਿਸ ਤਰੀਕੇ ਨਾਲ ਉਹਨੂੰ ਰੱਖੀ ਗਈ ਉਹ ਇਸ ਲਈ ਉਹ ਸਵਾਲਾਂ ਦੇ ਘੇਰੇ 'ਚ। ਫਿਰ ਕਹਿੰਦੇ ਹਾਂ ਇਸੇ ਲਈ ਉਹਨਾਂ ਦੇ ਪਰਚਾ ਦਰਜ ਕੀਤਾ। ਹੁਣ ਪਹਿਲੀ ਲਾਈਨ ਤੇ ਦੂਜੀ ਲਾਈਨ ਢੁਕਦੀ ਨਹੀਂ, ਫਿਰ ਉਹਨਾਂ ਦੇ ਪਰਚਾ ਦਰਜ ਕਿਉਂ ਕੀਤਾ? ਫਿਰ ਤੁਸੀਂ ਆਪਦੇ ਮੁਲਾਜ਼ਮਾਂ ਨਾਲ ਖੜੋ, ਫਿਰ ਤਾਂ ਤੁਸੀਂ ਕਹੋ ਕਿ ਬਿਲਕੁਲ ਆ ਵਾਕਈ ਰਿਕਵਰੀ ਤੇ ਸਾਡੇ ਤਾਂ ਇਹ ਵਾਕਿਆ ਸ਼ਾਬਾਸ਼ੀ ਹੈ, ਇਹਨਾਂ ਨੂੰ ਤਾਂ ਤਗਮਾ ਦੇਣਾ ਚਾਹੀਦਾ, ਉਹਨਾਂ ਨੇ ਤਾਂ ਬਹੁਤ ਬਹਾਦਰੀ ਦਾ ਕੰਮ ਕੀਤਾ। ਸੁਰਿੰਦਰ ਜੀ ਬੜੀ ਕੱਚੀ ਖੇਡ ਖੇਡੀ ਗਈ ਹੈ ਕਿ ਆਪਣੇ ਥਾਣੇ ਦੇ ਵਿੱਚ ਨਾਮਚੇ ਦੇ ਵਿੱਚ ਇਹਦੀ ਐਂਟਰੀ ਪਾ ਕੇ ਗਏ ਕਿ ਉਹਨਾਂ ਨੂੰ ਕੋਈ ਆਫੀਸਰ ਦਾ ਰਿਟਨ ਆਰਡਰ ਸੀ ਕਿ ਤੁਸੀਂ ਉੱਥੇ ਜਾਓ ਤੇ ਬਰਾਮਦ ਕਰਕੇ ਲਿਆਓ। ਸਤਿ ਸ਼੍ਰੀ ਅਕਾਲ, ਮੈਂ ਹਾਂ ਸੁਰਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਪਿੰਡ ਦਾ ਵੇ। ਜੀ ਹਾਂ, ਅੱਜ ਚਰਚਾ ਕਰਾਂਗੇ ਫਿਰੋਜ਼ਪੁਰ ਦੇ ਵਿੱਚ ਜਿਹੜੀ ਪੁਲਿਸ ਮੁਲਾਜ਼ਮਾਂ ਦੇ ਕੋਲੋਂ ਹੀਰੋਇਨ ਬਰਾਮਦ ਹੁੰਦੀ ਹੈ ਕਾਰ ਦੇ ਮਡਗਾਰਡ ਦੇ ਵਿੱਚ ਲੁਕੋਈ ਹੋਈ। ਉਸ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ। ਨਵਾਂ ਮੋੜ ਇਹ ਕਿ ਨਹੀਂ, ਪੁਲਿਸ ਇਹ ਦਾਅਵਾ ਕਰਦੀ ਹੈ ਕਿ ਨਹੀਂ, ਉਹ ਤਾਂ ਛਾਪਾ ਮਾਰਨ ਗਏ ਸੀ ਤੇ ਪੁਲਿਸ ਨੇ ਉਹ ਬਰਾਮਦਗੀ ਕੀਤੀ ਤੇ ਬਾਅਦ ਦੇ ਵਿੱਚ ਜਿਹੜੇ ਤਸਕਰ ਸੀਗੇ ਉਹ ਤਸਕਰਾਂ ਨੇ ਰੋਲਾ ਪਾ ਦਿੱਤਾ ਤੇ ਪਿੰਡ ਵਾਲਿਆਂ ਨੇ ਘੇਰਾ ਪਾ ਲਿਆ ਤੇ ਬਾਅਦ ਦੇ ਵਿੱਚ ਇਹ ਸਭ ਚੀਜ਼ਾਂ ਹੋਈਆਂ। ਕਹਿੰਦੇ ਕਾਰਵਾਈ ਹੋਏਗੀ। ਅੱਜ ਹੁਣ ਕੌਣ ਸੱਚਾ ਤੇ ਕੌਣ ਝੂਠਾ, ਇਸੇ ਦੀ ਚਰਚਾ ਰਹੇਗੀ ਤੇ ਮੇਰੇ ਨਾਲ ਮੌਜੂਦ ਰਹਿਣਗੇ ਸਾਡੇ ਵਿਸ਼ਲੇਸ਼ਕ ਡਾਕਟਰ ਪਰਮਜੀਤ ਰਾਣੋ। ਆਓ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਕਿ ਚਰਚਾ ਆਪਾਂ ਇਸੇ ਤੇ ਸ਼ੁਰੂ ਕਰੀਏ, ਮੈਂ ਤੁਹਾਨੂੰ AIG ਜਿਹੜੇ ਇਸ ਮੁੱਦੇ ਤੇ ਲਖਬੀਰ ਸਿੰਘ ਕਾਊਂਟਰ ਇੰਟੈਲੀਜੈਂਸ, ਉਹ ਇਸ ਮੁੱਦੇ ਤੇ ਕੀ ਸਪਸ਼ਟੀਕਰਨ ਦਿੰਦੇ ਨੇ ਤੇ ਕੀ ਕੁਛ ਉਹਨਾਂ ਨੇ ਕਿਹਾ, ਪਹਿਲਾਂ ਉਹ ਤੁਹਾਨੂੰ ਸੁਣਾ ਦਿੰਦੇ। ਪੁਲਿਸ ਮੁਲਾਜ਼ਮਾਂ ਕੋਲੋਂ ਰਿਕਵਰੀ ਜਿਹੜੀ ਹੈਗੀ ਹੈ ਨਾ, ਇਹ ਜਸਟ ਇੱਕ ਮਿਸਅੰਡਰਸਟੈਂਡਿੰਗ ਦਾ ਇਸ਼ੂ ਜਾਪ ਰਿਹਾ ਕਿਉਂਕਿ ਇਹ ਇੱਕ ਆਪਰੇਸ਼ਨ ਜਲੰਧਰ ਵਾਲਿਆਂ ਦਾ ਕਈ ਦਿਨਾਂ ਦਾ ਚੱਲ ਰਿਹਾ ਜਿਹਦੇ 'ਚ ਉਹਨਾਂ ਨੇ ਇੱਕ ਮਲਕੀਤ ਕਾਲੀ ਤੇ ਜੋਗਾ ਸਿੰਘ ਵਗੈਰਾ ਕਈ ਅਕਿਊਜ਼ ਫੜੇ ਹੋਏ ਨੇ, ਜਿਨ੍ਹਾਂ ਕੋਲੋਂ 2-3 ਵਾਰਾਂ ਵਿੱਚ ਵੱਖ-ਵੱਖ ਟਾਈਮ ਦੇ ਉੱਤੇ ਇੱਥੋਂ ਟੈਂਡੀ ਵਾਲਾ ਏਰੀਆ ਜਾਂ ਬਾਰਡਰ ਏਰੀਆ ਦੇ ਵਿੱਚੋਂ ਹੈਰੋਇਨ ਪੱਟ ਕੇ ਪਹਿਲਾਂ ਵੀ ਲਿਜਾ ਚੁੱਕੇ ਨੇ। ਇਹ ਵੀ ਉਸੇ ਲੜੀ ਦਾ ਇੱਕ ਹਿੱਸਾ ਸੀ। ਇਹ 2 ਕਿਲੋ ਦੀ ਰਿਕਵਰੀ ਉਹਨਾਂ ਮੁਲਾਜ਼ਮਾਂ ਨੂੰ ਹੋਈ ਸੀ ਤੇ ਪਰ ਕਿਸੇ ਮਿਸਅੰਡਰਸਟੈਂਡਿੰਗ ਕਰਕੇ ਇਹ ਜਿਹੜਾ ਇਸ਼ੂ ਸੀ ਰਾਤ ਬਣਿਆ। ਸਰ, ਇਹ ਜਿਹੜਾ ਕਾਰ ਦੇ ਵਿੱਚੋਂ ਮਿਲਣਾ BSF ਵੱਲੋਂ ਜਿਹੜਾ ਕਿ ਫਰੰਟ ਚੋਂ ਪੈਕਟ ਕੱਢਣੇ, ਤਾਂ ਜੇ ਇਹ ਸਰਚ ਆਪਰੇਸ਼ਨ ਸੀਗਾ ਜਾਂ ਉਹਨਾਂ ਦਾ ਕੋਈ ਹੋਰ ਆਈਟਮ ਸੀਗੀ ਤਾਂ ਇਹ ਲੁਕੋ ਕੇ ਕਿਵੇਂ ਲੈ ਕੇ ਆਏ? ਅਸਲ 'ਚ ਦੋਨੋਂ ਮੁਲਾਜ਼ਮ ਜਿਹੜੇ ਹੈਗੇ, ਜਿਵੇਂ ਥਾਣੇਦਾਰ ਹੈਗੇ, ਉਹ ਵਰਦੀ 'ਚ ਸੀਗੇ ਤੇ ਸਾਡੇ ਵੱਲੋਂ ਪਰਚਾ ਦਰਜ ਕਰਕੇ ਇਸੇ ਐਂਗਲ ਦੀ ਤਫਤੀਸ਼ ਹੁਣ ਅਸੀਂ ਕਰਾਂਗੇ। ਸਾਨੂੰ ਪਤਾ ਵੀ ਇਹ ਇੰਟੈਲੀਜੈਂਸ ਜਿਹੜੀ ਹੈਗੀ ਹੈ ਬੇਸਿਕਲੀ ਜਲੰਧਰ ਜਿਹੜਾ ਰੂਰਲ ਦਾ ਇਸ਼ੂ ਸੀਗਾ, ਉਹ ਇੱਥੋਂ ਰਿਕਵਰੀ ਕਰਨ ਆਏ ਸੀਗੇ। ਅਸੀਂ ਉਸ ਐਂਗਲ ਨੂੰ ਵੈਰੀਫਾਈ ਕਰਾਂਗੇ ਤੇ ਤਫਤੀਸ਼ ਦੌਰਾਨ ਜੋ ਸਾਹਮਣੇ ਆਇਆ ਉਹ ਤੱਥ ਖੁਲਾਸਾ ਕਰਾਂਗੇ। ਪਰਚਾ ਦਰਜ ਕੀਤਾ ਸਰ? ਹਾਂਜੀ, ਪਰਚਾ ਕੀਤਾ ਜੀ। SSOC 'ਚ 1 ਕਿਲੋ 710 ਗ੍ਰਾਮ ਸਾਡੀ ਇਹ ਰਿਕਵਰੀ ਸੀਗੀ ਜਿਹੜੀ ਅਸੀਂ ਪਰਚਾ ਦਰਜ ਕੀਤਾ ਜੀ। ਤੇ ਉਹਦੇ 'ਚ ਜਿਹੜੀ ਇਹਨਾਂ ਨੇ ਰਿਕਵਰੀ ਕੀਤੀ ਹੈ ਉਹ ਨੈਚੁਰਲੀ ਜਿਹੜੇ ਮਲਕੀਤ ਕਾਲੀ ਜਾਂ ਜੋਗਾ ਜਾਂ ਜਿਹੜੇ ਵੀ ਇਨਵੋਲਵ ਹੈਗੇ, ਉਸ ਐਂਗਲ ਤੋਂ ਉਹਨਾਂ ਨੂੰ ਵੀ ਪ੍ਰੋਡਕਸ਼ਨ ਵਾਰੰਟ ਤੇ ਲਿਆਵਾਂਗੇ ਤੇ ਅਗਲੀ ਕਾਰਵਾਈ ਕਰਾਂਗੇ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਸੁਣਿਆ ਕਿਸ ਤਰੀਕੇ ਨਾਲ ਉਹਨਾਂ ਨੇ ਸਾਰੀਆਂ ਚੀਜ਼ਾਂ ਦੱਸੀਆਂ। ਕਹਿੰਦੇ ਕਿ ਇਹ ਮਿਸਪਰਸੈਪਸ਼ਨ ਹੋ ਗਈ ਕਿ ਉਹ ਤਾਂ ਰਿਕਵਰੀ ਕਰਨ ਗਏ ਸੀਗੇ
ਤੇ ਇੱਥੇ ਇੰਟੈਰੋਗੇਟ ਕੀਤਾ ਸੀ ਮਲਕੀ ਤੇ ਜੋਗੇ ਦਾ ਉਹਨਾਂ ਨੇ ਜ਼ਿਕਰ ਕੀਤਾ, ਕਹਿੰਦੇ ਨਾਲੇ ਪਹਿਲੀ ਵਾਰ ਨਹੀਂ, ਪਹਿਲਾਂ ਵੀ ਐਵੇਂ ਹੀ ਉੱਥੇ ਰਿਕਵਰੀਆਂ ਕੀਤੀਆਂ ਗਈਆਂ। ਨਾਲੇ ਇਸ ਦੇ ਵਿੱਚ ਹਾਲਾਂਕਿ ਉਹ ਜ਼ਿਕਰ ਇਹ ਵੀ ਕਰਦੇ ਨੇ, ਕਹਿੰਦੇ ਉਹਨੇ ਇਹ ਵੀ ਕਹਿਤਾ ਸੀ ਮਲਕੀਤ ਨੇ ਵੀ ਅੱਜ ਹੀ ਲੈ ਲਓ, ਨਹੀਂ ਤਾਂ ਕੱਲ ਜਿੱਥੇ ਮੈਂ ਦੱਬੀ ਹੋਈ ਹੈ ਉੱਥੋਂ ਕੱਲ ਤਾਂ ਹੋਰ ਫਿਰ ਸਪਲਾਇਰ ਲੈ ਕੇ ਚਲਾ ਜਾਊਗਾ। ਕਿਵੇਂ ਦੇਖਦੇ ਹੋ ਇਹ ਸਾਰਾ ਜੋ ਪ੍ਰੋਪੇਗੈਂਡਾ ਸਮਝੀਏ, ਕਿਸ ਤਰੀਕੇ ਨਾਲ ਇਹ ਸਾਰੀਆਂ ਚੀਜ਼ਾਂ ਦੇਖ ਰਹੇ ਹੋ? ਕੀ ਵਾਕਈ ਮੰਨਿਆ ਜਾਏ ਕਿ ਇੱਥੇ ਸੋਸ਼ਲ ਮੀਡੀਆ ਕੀ ਵਾਕਈ ਉਹ ਬੇਕਸੂਰੇ ਟੰਗੇ ਗਏ ਵਿਚਾਰੇ ਪੁਲਿਸ ਵਾਲੇ, ਜਾਂ ਕੁਝ ਹੋਰ ਵੀ ਹੈ ਕਿ ਇੱਥੇ ਪੁਲਿਸ ਵਾਕਈ ਗੋਂਗਲੂਆਂ ਤੋਂ ਮਿੱਟੀ ਝਾੜ ਰਹੀ ਹੈ? ਸੁਰਿੰਦਰ ਜੀ ਦੇਖੋ, ਪੁਲਿਸ ਦੀ ਇਮੇਜ ਜਿਹੜੀ ਹੈ ਨਾ, ਇਹ ਕੁਦਰਤ ਵੱਲੋਂ ਹੀ ਕੋਈ ਨਾ ਐਸੀ ਬਣ ਚੁੱਕੀ ਹੈ ਇਸ ਵੇਲੇ ਪੰਜਾਬ ਦੇ ਵਿੱਚ ਕਿ ਗੀਤਕਾਰ ਵੀ ਇਹ ਗੱਲ ਗਾਉਣ ਲੱਗ ਗਏ ਕਿ ਨਸ਼ਾ ਜਿਹੜਾ ਉਹ ਸਰਕਾਰਾਂ ਹੀ ਵੇਚਦੀਆਂ ਨੇ। ਔਰ ਮੇਰੇ ਕੋਲ ਪ੍ਰੂਫ ਹੈ ਇਸ ਗੱਲ ਦੇ ਕਿ ਲਾਇਸੈਂਸੀ ਠੇਕੇ ਸਰਕਾਰ ਨੇ ਖੋਲੇ ਹੋਏ ਆ, ਜਿਹੜੇ ਬਿਪਰੀਨੋਰਫਿਨ ਨਲੋਕਸਿਨ ਨਾਮ ਦੀ ਗੋਲੀ ਨੂੰ ਬੱਚਿਆਂ ਦੇ ਵਿੱਚ ਪਿਛਲੇ 6 ਸਾਲਾਂ ਤੋਂ ਆਪਣੇ ਜਿਹੜੇ ਰੀਹੈਬ ਹੈਗੇ ਆ, ਕਹ ਲਓ ਨਸ਼ਾ ਛਡਾਊ ਕੇਂਦਰ ਨੇ, ਉੱਥੋਂ ਵੇਚ ਰਹੇ ਨੇ। ਸੋ ਅੱਜ ਸਰਕਾਰ ਦਾ ਤੇ ਪੁਲਿਸ ਦਾ ਜਿਹੜਾ ਇਮੇਜ ਹੈ ਉਹਦੇ ਤੇ ਐਡਾ ਕੁ ਵੱਡਾ ਸਟਿਗਮਾ ਹੈ ਕਿ ਅੱਜ ਜੇ ਕੋਈ ਇਹ ਗੱਲ ਸਾਹਮਣੇ ਆਈ ਹੈ ਕਿ ਪੁਲਿਸ ਵਾਲੇ ਫੜੇ ਗਏ ਫਲਾਨੀ ਜਗ੍ਹਾ, ਤਾਂ ਇਹਦੇ 'ਚ ਕਿਸੇ ਨੂੰ ਵੀ ਇਹ ਮਤਲਬ ਮਨ ਤੇ ਵਹਿਮ ਨਹੀਂ ਰਹਿੰਦਾ ਕਿ ਉਹ ਇਹ ਕਹੇ ਕਿ ਹਾਂ ਵਾਕਈ ਇਹ ਗੱਲ ਸੱਚ ਹੈ। ਹੁਣ ਜਿੱਥੋਂ ਤੱਕ ਆਪਾਂ AIG ਸਾਹਿਬ ਦੀ ਵਰਸ਼ਨ ਜੋ ਸੁਣੀ ਹੈ, ਉਹ ਵਰਸ਼ਨ ਦੇਖੋ, ਹੀ ਇਜ਼ ਏ EMPLOYE ਆਫ ਦੀ ਗਵਰਨਮੈਂਟ। ਉਹ ਗਵਰਨਮੈਂਟ ਦੀ ਜਿਹੜੀ ਛਵੀ ਹੈ ਉਹਨੂੰ ਬਚਾਉਣ ਦੀ ਖਾਤਰ ਵਿਚਾਰਾ ਤਰਲੋ ਮੱਛੀ ਹੋ ਕੇ ਬੜੇ ਤਰੀਕੇ ਦੇ ਨਾਲ ਉਹਨਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ AIG ਸਾਹਿਬ। ਮੇਰੀ ਹਮਦਰਦੀ ਹੈ ਉਹਨਾਂ ਨਾਲ, ਪਰ ਮੈਂ ਉਹਨਾਂ ਦੀ ਜਿਹੜੀ ਅਸਲੀ ਸਥਿਤੀ ਹੈ ਐਜ਼ ਏ ਡਾਕਟਰ ਵੀ ਮੈਂ ਉਹਨਾਂ ਦੀ ਮਾਨਸਿਕ ਸਥਿਤੀ ਨੂੰ ਰੀਡ ਕਰ ਰਿਹਾ ਸੀ ਉਹਨਾਂ ਦੀ ਵੀਡੀਓ ਸੁਣ ਕੇ, ਕਿ ਉਹ ਫਸੀ ਕਸੂਤੀ ਸਥਿਤੀ ਦੇ ਵਿੱਚ ਮਹਿਸੂਸ ਹੋ ਰਹੇ ਸੀ। ਦੇਖਣ ਦੇ ਵਿੱਚ ਵੀ ਫਸੀ ਕਸੂਤੀ ਸਥਿਤੀ ਕੀ ਸੀ ਕਿ ਜਦੋਂ ਮੀਡੀਆ ਵਾਲਿਆਂ ਨੇ ਇਹ ਵੀਡੀਓ ਹਾਈਲਾਈਟ ਵੀ ਕੀਤੀ ਹੈ ਤੇ ਸਵਾਲ ਵੀ ਕੀਤਾ ਕਿ ਜੇਕਰ ਉਹ ਵਿਅਕਤੀ ਵਾਕਈ ਉੱਥੇ ਰੇਡ ਕਰਕੇ ਜਾਂ ਉੱਥੋਂ ਜਗ੍ਹਾ ਚੋਂ ਕੱਢ ਕੇ ਬਰਾਮਦ ਕਰਕੇ ਲਿਆ ਰਹੇ ਸੀ, ਤਾਂ ਉਹਨਾਂ ਨੂੰ ਕਿਸੇ ਡੱਬੇ 'ਚ ਪਾ ਕੇ, ਕਿਸੇ ਚੀਜ਼ ਦੇ ਵਿੱਚ ਪੈਕਟ ਦੇ ਵਿੱਚ ਬੰਦ ਕਰਕੇ, ਕਿਸੇ ਲਿਫਾਫੇ 'ਚ ਪਾ ਕੇ, ਥੈਲੇ 'ਚ ਪਾ ਕੇ ਗੱਡੀ ਦੇ ਅੰਦਰ ਰੱਖ ਕੇ ਲਿਆਉਂਦੇ। ਉਹ ਆਪਣੇ ਜਿਹੜਾ ਗੱਡੀ ਦਾ ਲੈਫਟ ਸਾਈਡ ਵਾਲਾ ਡਰਾਈਵਰ ਸਾਈਡ ਦਾ ਬੰਪਰ ਹੈ ਗੱਡੀ ਦਾ, ਉਹ ਬੰਪਰ ਦੇ ਅੰਦਰ ਉਹਦੇ ਜਿਹੜੇ ਪਲਾਸਟਿਕ ਦੇ ਅੰਦਰ ਏਰੀਆ ਹੁੰਦਾ ਉਹਨੂੰ ਪੱਟ ਕੇ ਉਹਦੇ ਅੰਦਰ ਫਸਾ ਕੇ ਉਹਨੂੰ 2 ਕਿਲੋ ਨੂੰ ਫੇਰ ਲਿਆ ਰਹੇ ਆ। ਫਿਰ ਪਬਲਿਕ ਦੇ ਵਿੱਚੋਂ ਕਿਸੇ ਨੇ ਮਤਲਬ ਜਦੋਂ ਰੌਲਾ ਪਾਇਆ, ਘੇਰੇ ਗਏ ਉਹ, ਜਾਂ ਕਿਸੇ ਨੇ ਦੇਖਿਆ ਹੋਣਾ, ਤਾਂ BSF ਨੇ ਜਦੋਂ ਉਹਨਾਂ ਨੂੰ ਰੋਕਿਆ, ਤਾਂ BSF ਦਾ ਜਿਹੜਾ ਜਵਾਨ ਹੈ ਉਹ ਉੱਥੋਂ ਮੱਡਗਾਰਡ ਦੇ ਵਿੱਚੋਂ ਉਹਨੂੰ ਪੱਟ ਕੇ ਮੱਡਗਾਰਡ ਨੂੰ ਕੱਢ ਰਿਹਾ। ਤੇ ਹੁਣ ਇੱਥੇ ਪੁਲਿਸ ਦੀ ਜਿਹੜੀ ਕਹਿ ਲਓ ਥਿਊਰੀ ਹੈ ਜਾਂ ਕਹਾਣੀ ਹੈ, ਉਹਦੇ ਤੇ ਵਾਕਈ ਮਤਲਬ ਕਿ ਸਵਾਲ ਖੜੇ ਹੁੰਦੇ ਆ ਕਿ ਇਹ ਕਨਕੌਕਟਡ ਸਟੋਰੀ ਹੈ। ਔਰ ਇਹ ਜਿਹੜੀ ਠੀਕ ਹੈ, ਮੈਂ ਮਤਲਬ ਕਿ ਸਮਝਦਾ ਹੈ ਕਿ ਇਹਦੇ 'ਚ ਕਈ ਵਾਰੀ ਕਈ ਮੁਲਾਜ਼ਮ ਇਨਵੋਲਵਡ ਹੁੰਦੇ ਨੇ, ਉਹ ਸਾਰੀ ਦੀ ਸਾਰੀ ਪੁਲਿਸ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ। ਤੇ ਪਰ ਇੱਥੇ ਮੈਂ ਸਮਝਦਾ ਕਿ ਜੇਕਰ ਪੁਲਿਸ ਇਹਨਾਂ ਵਿਅਕਤੀਆਂ ਨੂੰ ਫੜ ਕੇ ਇਹਨਾਂ ਤੇ ਪਰਚੇ ਦੇ ਕੇ ਇਹਨਾਂ ਨੂੰ ਡਿਸਮਿਸ ਕਰਕੇ ਇਹਨਾਂ ਤੇ ਕੇਸ ਪਾ ਦਿੰਦੀ, ਤਾਂ ਉਹਦੇ ਵਿੱਚ ਸਰਕਾਰ ਦੀ ਛਵੀ ਹੋਰ ਵਧੀਆ ਬਣਨੀ ਸੀਗੀ। ਇੰਸਟੈਡ ਆਫ ਸੇਵਿੰਗ ਦੈਮ, ਇੱਕ ਵੱਡੇ AIG ਰੈਂਕ ਦੇ ਪੁਲਿਸ ਆਫੀਸਰ ਤੋਂ ਇਹ ਬਿਆਨ ਦਵਾ ਦੇਣਾ ਕਿ ਜੀ ਉਹ ਤਾਂ ਜੀ ਆਲਰੇਡੀ ਉਹ ਜਾ ਰਹੇ ਸੀ, ਨਹੀਂ ਤਾਂ ਉੱਥੋਂ ਕੱਢ ਲੈਣਾ ਸੀ ਜੀ, ਫਲਾਨਾ ਕਰ ਰਹੇ ਸੀ। ਦੀਜ਼ ਆਰ ਲੁੱਕ ਮਤਲਬ ਇੱਕ ਬਹੁਤ ਵੱਡੀ ਇੱਕ ਕਨਕੌਕਟਡ ਸਟੋਰੀ, ਇੱਕ ਕਹਾਣੀ ਜੀ ਨਜ਼ਰ ਆਉਂਦੀ ਹੈ ਜਿਹਨੂੰ ਹਰ ਵਿਅਕਤੀ ਸਮਝਦਾ। ਔਰ ਮੈਂ ਇਹਨਾਂ ਦੀ ਇੱਕ ਦਿੱਤਾ ਹੋਇਆ ਪ੍ਰੈਸ ਨੋਟ ਜਿਹੜਾ ਹੈਗਾ, ਸ਼ਾਇਦ ਮੇਰੇ ਕੋਲ ਇੱਕ ਪਹੁੰਚਿਆ WhatsApp ਤੇ, ਉਹਨੂੰ ਬੜਾ ਵਾਇਰਲ ਹੋਇਆ, ਉਹ ਵੀ ਪੜ੍ਹਿਆ, ਜਿਹਦੇ 'ਚ ਪੁਲਿਸ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੇ ਲੋਕਾਂ ਨੇ ਪਿੱਛਾ ਕੀਤਾ ਤੇ ਜਿਹੜੇ ਲੋਕਾਂ ਨੇ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਤੇ ਬਕਾਇਦਾ ਪਰਚਾ ਦਰਜ ਹੋਏਗਾ, ਕਾਰਵਾਈ ਹੋਏਗੀ। ਇਹ ਤਾਂ ਬਹੁਤ ਹੀ ਮਾੜੀ ਗੱਲ ਹੈ। ਦੇਖੋ, ਜਿੱਥੇ ਪਬਲਿਕ ਨੇ, ਲੋਕਾਂ ਨੇ ਇੱਕ ਐਸਾ ਕੰਮ ਕੀਤਾ ਕਿ ਉਹਨਾਂ ਨੇ BSF ਨੂੰ ਇਹ ਬੰਦੇ ਫੜਾਏ ਨੇ, ਪੁਲਿਸ ਦੇ ਮੁਲਾਜ਼ਮ, ਜਿਨ੍ਹਾਂ ਦੇ ਗੱਡੀ ਦੇ ਵਿੱਚੋਂ ਲੁਕਵੇਂ ਰੂਪ ਦੇ ਵਿੱਚ ਕੈਰੀ ਕੀਤੀ ਜਾ ਰਹੀ ਹੈਰੋਇਨ, ਕਹਿ ਲਓ 10 ਕਰੋੜ ਦੀ ਹੈਰੋਇਨ ਹੈ ਘੱਟੋ ਘੱਟ, ਜਿਹੜੀ 2 ਕਿਲੋ ਹੈ, ਉਹ ਬਰਾਮਦ ਕਰਾਈ ਹੈ। ਫਿਰ ਉਹ ਵਿਅਕਤੀ ਜਿਹੜੇ ਜਿਨ੍ਹਾਂ ਤੋਂ ਫੜੀ ਗਈ ਹੈ, ਉਹ ਆਪਣੇ ਮੂੰਹ ਛੁਪਾਉਂਦੇ ਬੈਠੇ ਆ ਵਿੱਚ। ਜੇ ਉਹ ਵਾਕਈ ਇਸ ਮੁੱਦੇ ਤੇ ਸਰਕਾਰ ਵੱਲੋਂ ਮਨੋਨੀਤ ਕੀਤੇ ਹੋਏ ਨੋਮੀਨੇਟਡ ਆਫੀਸਰਸ ਨੇ, ਤਾਂ ਉਹਨਾਂ ਨੂੰ ਹਿੱਕ ਠੋਕ ਕੇ ਕਹਿਣਾ ਚਾਹੀਦਾ ਸੀ ਕਿ ਜੀ ਸਾਡੇ ਅਫਸਰਾਂ ਨਾਲ ਗੱਲ ਕਰੋ, ਸਾਡੇ ਅਫਸਰਾਂ ਨੇ ਸਾਨੂੰ ਭੇਜਿਆ, ਅਸੀਂ ਤਾਂ ਫੜ ਕੇ ਲਏ ਆ। ਉਹ ਕਿਉਂ ਚੋਰੀ ਇਸ ਤਰ੍ਹਾਂ ਆਪਣਾ ਮੂੰਹ ਲੁਕੋ ਗੱਡੀਆਂ ਦੇ ਵਿੱਚ ਵੜ ਰਹੇ ਨੇ ਤੇ ਬਕਾਇਦਾ ਪਬਲਿਕ ਦੇ ਨਾਲ ਲੜ ਰਹੇ ਨੇ? ਉਹਨਾਂ ਨੂੰ ਤਾਂ ਬਕਾਇਦਾ ਫਕਰ ਦੇ ਨਾਲ ਗੱਲ ਕਹਿਣੀ ਚਾਹੀਦੀ ਸੀਗੀ ਕਿ ਅਸੀਂ ਤਾਂ ਜੀ ਦੱਬੀ ਹੋਈ ਕੱਢ ਕੇ ਲਿਆਏ ਆ।
ਸੋ ਲੋਕ ਇਹਨੇ ਪਾਗਲ ਨਹੀਂ ਹੈਗੇ, ਲੋਕ ਸਮਝਦੇ ਆ। ਹਾਂ, ਮੈਂ ਇੱਥੇ ਇੱਕ ਗੱਲ ਜ਼ਰੂਰ ਕਹੂੰਗਾ, ਮਾਨਯੋਗ ਸਰਦਾਰ ਭਗਵੰਤ ਮਾਨ ਜੀ ਨੂੰ, ਸੀਐਮ ਸਾਹਿਬ ਨੂੰ ਤੇ ਮਾਨਯੋਗ ਸਾਡੇ ਡੀਜੀਪੀ ਸਾਹਿਬ ਨੂੰ, ਕਿ ਪਲੀਜ਼ ਇੱਕ ਰਿਕੁਐਸਟ ਹੈ ਮੇਰੀ ਐਮ ਦੀ ਹਿਊਮੈਨਿਟੇਰੀਅਨ ਗਰਾਊਂਡ ਦੇ ਵਿੱਚ, ਕਿ ਪਬਲਿਕ ਨੂੰ, ਇਨੋਸੈਂਟ ਪਬਲਿਕ ਨੂੰ, ਜਿਨ੍ਹਾਂ ਨੇ ਇਹ ਮਾਮਲੇ ਨੂੰ ਉਜਾਗਰ ਕੀਤਾ, ਬਜਾਏ ਉਹਨਾਂ ਦੇ ਉੱਤੇ ਮਤਲਬ ਉਹਨਾਂ ਨੂੰ ਐਪਰੀਸ਼ੀਏਟ ਕਰਨ ਦੇ, ਤੁਸੀਂ ਉਹਨਾਂ ਤੇ ਪਰਚੇ ਦਰਜ ਕਰਨ ਜਾਂ ਕੋਈ ਹੋਰ ਕਾਰਵਾਈ ਕਰਨ ਤੋਂ ਤੁਹਾਨੂੰ ਗੁਰੇਜ਼ ਕਰਨਾ ਚਾਹੀਦਾ ਹੈ। ਸੋ ਇਹ ਮੇਰੀ ਪਰਸਨਲ ਇੱਕ ਨਿੱਜੀ ਅਪੀਲ ਹੈ। ਬਿਲਕੁਲ। ਪਰ ਡਾਕਟਰ ਸਾਹਿਬ ਤੁਸੀਂ ਦੇਖੋ, ਜਿਹੜਾ ਸਵਾਲ ਤੁਸੀਂ ਕੀਤਾ ਪੱਤਰਕਾਰ ਵੀ ਉਹੀ ਪੁੱਛਦਾ ਹੈ, ਕਹਿੰਦੇ ਜੀ ਤੁਸੀਂ ਕਹਿੰਦੇ ਰਿਕਵਰੀ ਕਰਨ ਲਈ ਆਏ ਸੀ, ਫਿਰ ਰਿਕਵਰੀ ਵਾਸਤੇ ਇੰਨੀ ਮਿਹਨਤ ਕਿਉਂ ਕੀਤੀ? ਕਿਉਂਕਿ ਮਡਗਾਰਡ ਖੋਲਣਾ ਕੋਈ ਸੌਖਾ ਤਾਂ ਨਹੀਂ ਸੀ ਨਾ ਡਾਕਟਰ ਸਾਹਿਬ। ਪਹਿਲਾਂ ਬੰਪਰ ਖੋਲਿਆ ਹੋਣਾ, ਫਿਰ ਮਡਗਾਰਡ ਸੋਚੋ ਦਿਮਾਗ ਵੀ ਲਾਇਆ ਹੋਣਾ ਵੀ ਕਿੱਥੇ ਰੱਖੀਏ ਜਿੱਥੇ ਦਿਖੇ ਵੀ ਨਾ। ਹਾਲਾਂਕਿ ਉਹ ਆ ਵੀ ਕਹਿੰਦੇ ਨੇ ਕਿ ਉਹ ਖੁਦ ਰੁਕੇ ਡੀਐਸਪੀ, ਮਾਫੀ ਚਾਹੁੰਦਾ, BSF ਦੇ ਨਾਕੇ ਤੇ। ਪਰ ਇਹ ਜਿਹੜਾ ਜਿਸ ਤਰੀਕੇ ਨਾਲ ਉਹਨੂੰ ਰੱਖੀ ਗਈ, ਉਹ ਇਸ ਲਈ ਉਹ ਸਵਾਲਾਂ ਦੇ ਘੇਰੇ 'ਚ, ਫਿਰ ਕਹਿੰਦੇ ਹਾਂ ਇਸੇ ਲਈ ਉਹਨਾਂ ਦੇ ਪਰਚਾ ਦਰਜ ਕੀਤਾ। ਹੁਣ ਪਹਿਲੀ ਲਾਈਨ ਤੇ ਦੂਜੀ ਲਾਈਨ ਢੁਕਦੀ ਨਹੀਂ। ਜੇ ਪਰਚਾ ਦਰਜ ਕੀਤਾ, ਜਾਂ ਤਾਂ ਤੁਸੀਂ ਉਹਨਾਂ ਨੂੰ ਇਨੋਸੈਂਟ ਕਰਾਰ ਕਰੋ, ਫਿਰ ਉਹਨਾਂ ਦੇ ਪਰਚਾ ਦਰਜ ਕਿਉਂ ਕੀਤਾ? ਫਿਰ ਤੁਸੀਂ ਆਪਦੇ ਮੁਲਾਜ਼ਮਾਂ ਨਾਲ ਖੜੋ, ਫਿਰ ਤਾਂ ਤੁਸੀਂ ਕਹੋ ਕਿ ਬਿਲਕੁਲ ਆ ਵਾਕਈ ਰਿਕਵਰੀ ਤੇ ਸਾਡੇ ਤਾਂ ਇਹ ਵਾਕਿਆ ਸ਼ਾਬਾਸ਼ੀ ਹੈ, ਇਹਨਾਂ ਨੂੰ ਤਾਂ ਤਗਮਾ ਦੇਣਾ ਚਾਹੀਦਾ, ਉਹਨਾਂ ਨੇ ਤਾਂ ਬਹੁਤ ਬਹਾਦਰੀ ਦਾ ਕੰਮ ਕੀਤਾ ਜੀ। ਸੁਰਿੰਦਰ ਜੀ, ਬੜੀ ਕੱਚੀ ਖੇਡ ਖੇਡੀ ਗਈ ਹੈ, ਔਰ ਇਹਦੇ 'ਚ ਪਹਿਲੀ ਗੱਲ ਤਾਂ ਜੇ ਉਹ ਰਿਕਵਰੀ ਕਰਨ ਗਏ ਸੀ ਤਾਂ ਉਹ ਕੀ ਆਪਣੇ ਥਾਣੇ ਦੇ ਵਿੱਚ ਰੋਜ਼ਨਾਮਚੇ ਦੇ ਵਿੱਚ ਇਹਦੀ ਐਂਟਰੀ ਪਾ ਕੇ ਗਏ? ਕਿ ਉਹਨਾਂ ਨੂੰ ਕੋਈ ਆਫੀਸਰ ਦਾ ਰਿਟਨ ਆਰਡਰ ਸੀ ਕਿ ਤੁਸੀਂ ਉੱਥੇ ਜਾਓ ਤੇ ਬਰਾਮਦ ਕਰਕੇ ਲਿਆਓ? ਇਟ ਸ਼ੁੱਡ ਹੈਵ ਬੀਨ ਡਾਕੂਮੈਂਟਰੀ। ਇਹ ਜ਼ਰੂਰੀ ਹੈ। ਇਹੋ ਜਿਹੀ ਇਨਵੈਸਟੀਗੇਸ਼ਨ ਹਮੇਸ਼ਾ ਉਹਦੇ 'ਚ ਮੂਵਮੈਂਟ ਰਜਿਸਟਰ ਹੁੰਦਾ ਹੈ ਕਿ ਫਲਾਨਾ ਬੰਦਾ ਜਿਹੜਾ ਹੈ ਮੂਵਮੈਂਟ ਕਰੇਗਾ, ਰੇਡ ਕਰੇਗਾ, ਇਹ ਜਾ ਕੇ ਪਿਕਅਪ ਕਰਕੇ ਲਾਏਗਾ। ਤੇ ਇਹ ਜਿਹੜੀਆਂ ਕਾਨੂੰਨ ਮੁਤਾਬਕ ਬਣੀਆਂ ਹੋਈਆਂ ਚੀਜ਼ਾਂ ਨੇ ਉਹ ਇਸੇ ਕਰਕੇ ਨੇ, ਤਾਂ ਕਿ ਕੋਈ ਵਿਅਕਤੀ ਜਿਹੜਾ ਹੈਗਾ ਉਹ ਨਜਾਇਜ਼ ਨਾ ਫਸ ਸਕੇ, ਜਾਂ ਕੋਈ ਇਹੋ ਜਿਹਾ ਤੁਸੀਂ ਐਕਸ਼ਨ ਲੈਂਦੇ ਹੋ ਵਿਦਆਊਟ ਦੀ ਆਰਡਰ ਆਫ ਦੀ ਕੋਰਟ। ਵੈਸੇ ਤਾਂ ਅਸੀਂ ਇਹਦੇ ਵਿੱਚ ਮੋਸਟ ਲਾਈਕਲੀ ਕਈ ਵਾਰ ਕੀ ਹੁੰਦਾ, ਜੁਡੀਸ਼ੀਅਲ ਆਰਡਰਸ ਵੀ ਲਏ ਜਾਂਦੇ ਨੇ ਕਿ ਜੀ ਸਾਡੇ ਕੋਲ ਆ ਵਿਅਕਤੀ ਫੜੇ ਗਏ ਆ, ਇਹਨਾਂ ਨੇ ਆ ਸਾਨੂੰ ਦਿੱਤਾ ਹੈਗਾ ਤੇ ਸਾਨੂੰ ਇੱਕ ਆਰਡਰ ਦਿੱਤਾ ਜਾਵੇ ਜਿਹਦੇ ਨਾਲ ਅਸੀਂ ਜਾ ਕੇ ਫਲਾਨੀ ਜਗ੍ਹਾ ਰੇਡ ਕਰੀਏ, ਅਸੀਂ ਫਲਾਨੀ ਚੀਜ਼ ਦੀ ਬਰਾਮਦਗੀ ਕਰਨੀ ਹੈ। ਸੋ ਇਹ ਪ੍ਰੋਸੈਸ ਜਿਹੜਾ ਆਫ ਲਾਅ ਹੈ ਉਹਨੂੰ ਕਿੰਨਾ ਕੁ ਦੇ ਵਿੱਚ ਅਪਲਾਈ ਕੀਤਾ ਗਿਆ ਤਾਂ ਸਮੇਂ ਦੀ ਇਨਵੈਸਟੀਗੇਸ਼ਨ ਹੀ ਦੱਸ ਪਾਏਗੀ। ਔਰ ਇਹਦੇ 'ਚ ਮੈਂ ਇਹ ਮਹਿਸੂਸ ਕਰਦਾ ਕਿ ਸਾਨੂੰ ਇੰਨਾ ਕੁ ਸੋਚਣਾ ਚਾਹੀਦਾ ਕਿ ਜਿਹੜੀ ਚੀਜ਼ ਸਾਡੇ ਆਮ ਮਨਾਂ ਨੂੰ ਅਪੀਲ ਹੀ ਨਹੀਂ ਕਰਦੀ, ਅਸੀਂ ਉਹਦੀ ਕਹਾਣੀ ਬਣਾ ਕੇ ਏਡੇ ਵੱਡੇ ਸਾਡੇ ਸੋਹਣੇ ਸੁਚੱਜੇ ਵਧੀਆ ਅਫਸਰਾਂ ਦੀ ਛਵੀ ਅਸੀਂ ਕਿਉਂ ਖਰਾਬ ਕਰਦੇ ਆ, ਜਿਹੜੇ ਉਹਨਾਂ ਨੂੰ ਬਚਾਉਣ ਦੀ ਖਾਤਰ ਆਪਣਾ ਬਿਆਨ ਦੇ ਰਹੇ ਨੇ ਤੇ ਫਿਰ ਵਿਚਾਰੇ ਫਸੇ ਜੇ ਮਹਿਸੂਸ ਕਰ ਰਹੇ ਨੇ। ਘੱਟੋ ਘੱਟ ਸਾਨੂੰ ਉਹਨਾਂ ਅਫਸਰਾਂ ਦੀ ਜਿਹੜੀ ਛਵੀ ਹੈ ਉਹਦੇ ਤੇ ਇਹੋ ਜਿਹਾ ਕੋਈ ਸਟਿਗਮਾ ਨਾ ਲੱਗੇ, ਲੋਕ ਇਹ ਨਾ ਕਹਿਣ ਕਿ ਜੀ ਇਹ ਸਾਰੇ ਰਲੇ ਹੋਏ ਨੇ। ਸੋ ਉਹ ਚੀਜ਼ਾਂ ਨੂੰ ਬਚਾਉਣ ਦੀ ਖਾਤਰ ਪੁਲਿਸ ਨੂੰ ਜਿਹੜਾ ਹੈਗਾ, ਇਹੋ ਜਿਹੇ ਜਿਹੜੇ ਨਿਕੰਮੇ ਵਿਅਕਤੀ ਨੇ ਜਿਹੜੇ ਇਨਵੋਲਵਡ ਨੇ ਸਮਗਲਿੰਗ ਦੇ ਵਿੱਚ ਜਾਂ ਕਰਪਟ ਨੇ, ਉਹਨਾਂ ਤੇ ਪੂਰੀ ਗਾਜ ਸਿੱਟਣੀ ਚਾਹੀਦੀ ਹੈ, ਉਹਨਾਂ ਨੂੰ ਪੂਰਨ ਰੂਪ ਦੇ ਵਿੱਚ ਸਜ਼ਾ ਦੇਣੀ ਚਾਹੀਦੀ ਹੈ। ਸੋ ਮੈਂ ਤਾਂ ਇਹੀ ਕਹਾਂਗਾ ਕਿ ਸਾਨੂੰ ਉਹਨਾਂ ਵਿਅਕਤੀਆਂ ਨੂੰ ਬਚਾਉਣ ਦੀ ਲੋੜ ਨਹੀਂ ਹੈਗੀ, ਉਹਨਾਂ ਤੇ ਬਕਾਇਦਾ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਡਾਕਟਰ ਸਾਹਿਬ, ਇਹ ਪੁਲਿਸ ਦੀ ਵੀ ਮਜਬੂਰੀ ਨਹੀਂ ਬਣ ਗਈ ਵੀ ਦੇਖੋ ਤੁਸੀਂ ਦੇਖੋ ਵੀ ਇੰਨਾ ਸਭ ਚੀਜ਼ਾਂ ਹੋਣੀਆਂ, ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ ਵੀਡੀਓ, ਸ਼ਾਇਦ ਪੁਲਿਸ ਤੱਕ ਬਾਅਦ ਚ ਪਹੁੰਚਦੀ ਹੈ ਕਿਉਂਕਿ ਸ਼ਾਇਦ ਇਹ ਸੋਸ਼ਲ ਮੀਡੀਆ ਦੀ ਇੱਕ ਤਾਕਤ ਵੀ ਹੈ ਕਿ ਨਾਲ ਦੀ ਨਾਲ ਵੀਡੀਓ ਬਣਾ ਦਿੱਤੀ ਜਾਂਦੀ ਹੈ। ਤੁਸੀਂ ਦੇਖੋ ਕਿਸ ਤਰੀਕੇ ਨਾਲ ਉਹ ਫੜੇ ਵੀ ਜਾਂਦੇ ਨੇ। ਤੇ ਪੁਲਿਸ ਦੀ ਵੀ ਸ਼ਾਇਦ ਇੱਥੇ ਮਜਬੂਰੀ ਹੋ ਗਈ ਹੋਣੀ ਹੈ ਕਿ ਅਗਰ ਮੰਨ ਲਓ ਪੁਲਿਸ ਜੇ ਮੰਨ ਵੀ ਲੈਂਦੀ ਹੈ ਤਾਂ ਫਿਰ ਇੱਥੇ ਤਾਂ ਸਰਕਾਰ ਨੂੰ ਵੀ ਘੇਰ ਲੈਣਾ ਸੀ ਵਿਰੋਧੀਆਂ ਨੇ, ਤਾਂ ਪੁਲਿਸ ਤੇ ਤਾਂ ਵੈਸੇ ਹੀ ਸਵਾਲ ਖੜੇ ਕਰਦੇ, ਤਾਂ ਫਿਰ ਮਾਨ ਸਾਹਿਬ ਤੇ ਵੀ ਗੱਲ ਆ ਜਾਣੀ ਸੀ ਕਿ ਤੁਸੀਂ ਤਾਂ ਕਹਿੰਦੇ ਹੋ ਵੀ ਮੈਂ ਨਸ਼ਾ ਰੋਕ ਦਿੱਤਾ, ਇੱਥੇ ਨਸ਼ਾ ਰੋਕਿਆ ਨਹੀਂ ਹੈ ਕਿ ਤੁਸੀਂ ਤਾਂ ਨਸ਼ਾ ਜਿਨ੍ਹਾਂ ਨੇ ਰੋਕਣਾ ਸੀ ਉਹਨਾਂ ਦੇ ਕੋਲੋਂ 1.5 ਕਿਲੋ ਮਿਲਣ ਲੱਗ ਗਿਆ। ਦੇਖੋ, ਮੈਂ ਇੱਥੇ ਇੱਕ ਗੱਲ ਕਹਾਂਗਾ ਕਿ ਨਸ਼ਾ ਜੇ ਕੋਈ ਕਹੇ ਕਿ ਬਿਲਕੁਲ ਖਤਮ ਹੋ ਜਾਏਗਾ, ਇਹ ਬਿਲਕੁਲ ਬੇਬੁਨਿਆਦ ਤੇ ਝੂਠੀ ਗੱਲ ਹੈ। ਨਸ਼ਾ ਕਦੇ ਵੀ ਖਤਮ ਨਹੀਂ ਹੋ ਸਕਦਾ। ਇਹ ਘਟਾਇਆ ਜਾ ਸਕਦਾ ਹੈ, ਘਟ ਜਾਏਗਾ, ਇਹਨੂੰ ਥੋੜਾ ਬਹੁਤ ਤੇ ਰੋਕ ਲੱਗ ਜਾਏਗੀ, ਆਪਣੇ ਬੱਚਿਆਂ ਨੂੰ ਅਸੀਂ ਬਚਾ ਸਕਾਂਗੇ, ਇੰਨਾ ਕੀ ਹੋ ਸਕਦਾ। ਇਹ ਖਤਮ ਨਹੀਂ ਹੋਣਾ, ਕਿਉਂਕਿ ਜਦੋਂ ਲੈਣ ਵਾਲੇ ਨਹੀਂ ਖਤਮ ਹੋ ਰਹੇ ਤਾਂ ਵੇਚਣ ਵਾਲਿਆਂ ਨੇ ਕਿੱਥੋਂ ਖਤਮ ਹੋਣਾ। ਸਾਨੂੰ ਇਹਦੇ ਖਰੀਦਦਾਰ ਖਤਮ ਕਰਨ ਦੀ ਲੋੜ ਹੈ। ਅਸਲੀਅਤ ਤਾਂ ਇਹੀ ਹੈ ਕਿ ਜੇ ਖਰੀਦਦਾਰ ਨਾ ਰਹੂ ਮਾਰਕੀਟ ਦੇ ਵਿੱਚ ਕੋਈ, ਤਾਂ ਮੇਰੇ ਖਿਆਲ ਦੇ ਵਿੱਚ ਜਿਹੜੀ ਵਿਕਣ ਵਾਲੀ ਚੀਜ਼ ਹੈ ਉਹ ਵਿਕੇਗੀ ਨਹੀਂ। ਸੋ ਇਹ ਕੋਈ ਅੱਜ ਦੀ ਗੱਲ ਨਹੀਂ, ਕੱਲੀ ਮਾਨ ਸਰਕਾਰ ਦਾ ਇਸ਼ੂ ਨਹੀਂ ਹੈਗਾ। ਇਹ ਪਹਿਲਾਂ ਕੈਪਟਨ ਸਾਹਿਬ ਦੀ ਸਰਕਾਰ ਲਾ ਲਓ, ਬਾਦਲ ਸਾਹਿਬ ਦੀ ਸਰਕਾਰ ਲਾ ਲਓ, ਕਿਹੜੀਆਂ ਦੇ ਵਿੱਚ ਇਹ ਜਿਹੜਾ ਹੈਗਾ ਨਹੀਂ ਵਿਕਦਾ ਸੀ, ਜਾਂ ਪੁਲਿਸ ਮੁਲਾਜ਼ਮ ਕਿਹੜੀਆਂ ਦੇ ਵਿੱਚ ਜਿਹੜਾ ਸਰਕਾਰਾਂ ਵਿੱਚ ਇਸ ਦਾ ਹਿੱਸਾ ਨਹੀਂ ਰਹੇ। ਸੋ ਇਹ ਮੈਂ ਸਮਝਦਾ ਕਿ ਠੀਕ ਹੈ, ਸਰਕਾਰ ਥੋੜੀ ਜਿਹੀ ਇਸ ਵੇਲੇ ਡਰੂ ਹੈ, ਇਸ ਗੱਲ ਦੇ ਵਿੱਚ ਥੋੜਾ ਜਿਹਾ ਆਪਣੀ ਬਦਨਾਮੀ ਮਹਿਸੂਸ ਕਰਦੀ ਹੈ ਕਿ ਸਾਨੂੰ ਅੱਗੋਂ ਇਲੈਕਸ਼ਨ ਦਾ ਟਾਈਮ ਹੈ, ਕਿਤੇ ਜਿਹੜੇ ਵਿਰੋਧੀ ਧਿਰ ਹੈ ਉਹ ਸਾਨੂੰ ਘੇਰ ਨਾ ਲਵੇ। ਪਰ ਮੈਂ ਇੱਥੇ ਮਹਿਸੂਸ ਕਰਦਾ ਐਜ਼ ਏ ਨਿਊਟਰਲ ਪਰਸਨ
ਇੱਕ ਨਿਰਪੱਖ ਤੌਰ ਤੇ ਮੈਂ ਮਹਿਸੂਸ ਕਰਦਾ ਕਿ ਇਹਦੇ 'ਚ ਅਗਰ ਵਿਰੋਧੀ ਕੋਈ ਘੇਰਨ ਦੀ ਕੋਸ਼ਿਸ਼ ਕਰਦੇ ਵੀ ਨੇ ਤਾਂ ਉਹਨਾਂ ਵਿਰੋਧੀਆਂ ਨੂੰ ਆਪਣੇ ਗਿਰੇਬਾਨ ਦੇ ਵਿੱਚ ਝਾਤ ਮਾਰ ਲੈਣੀ ਚਾਹੀਦੀ ਹੈ ਕਿ ਉਹਨਾਂ ਦੇ ਵੇਲਿਆਂ ਦੇ ਵਿੱਚ ਕੀ ਹੋਇਆ। ਅੱਜ ਸਰਕਾਰ ਦੇ ਵਿੱਚ ਬਿਪਰੀਨੋਰਫਿਨ ਨਰੋਕਸਿਨ ਵਰਗੀ ਗੋਲੀ, ਜਿਹਨੂੰ ਅਸੀਂ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੋਈ ਆ, ਜਿਹਦੀ ਆਮ ਵਿਕਰੀ ਤੇ ਅਸੀਂ ਸਟੇ ਕਰਾਈ ਹੈ, ਜਿਹਦੇ ਲਈ ਨੇਹਾ ਸ਼ੌਰੀ ਵਰਗੀ ਡਰੱਗ ਕੰਟਰੋਲਰ ਲੜਕੀ ਦਫ਼ਤਰ ਦੇ ਵਿੱਚ ਕਤਲ ਕੀਤੀ ਗਈ ਔਰ ਡਬਲ ਮਰਡਰ ਜਿਹੜਾ ਕੇਸ ਸੀ ਉਹਦੇ ਵਿੱਚ ਅੱਜ ਸਾਡੀ ਅਦਾਲਤਾਂ ਵੀ ਕਹਿ ਲਓ ਸਵਾਲਾਂ ਦੇ ਘੇਰੇ 'ਚ ਨੇ ਕਿ ਉਸ ਬੇਟੀ ਦਾ ਜਿਹੜਾ ਪਿਤਾ ਹੈ ਉਹ CBI ਦੀ ਜਾਂਚ ਮੰਗ ਰਿਹਾ ਤੇ ਅਦਾਲਤਾਂ ਉਹਦੇ ਤੇ ਡੇਟ ਪਾ ਰਹੀਆਂ ਨੇ। ਇਹ ਕਈ ਚੀਜ਼ਾਂ ਨੇ। ਹੁਣ ਮੈਂ ਇਹ ਕਹਾਂਗਾ ਕਿ ਇੱਥੇ ਸਾਰਾ ਹੀ ਜਿਹੜਾ ਸਿਸਟਮ ਹੈ ਉਹ ਸਿਸਟਮ ਸਾਰੇ ਰਲਗੱਡ ਹੋ ਕੇ ਇਹਨਾਂ ਚੀਜ਼ਾਂ ਦੇ ਪਿੱਛੇ ਖੜਾ ਹੈ ਤੇ ਇੱਥੇ ਅਗਰ ਕੋਈ ਇਹੋ ਜਿਹੀ ਹਰਕਤ ਹੁੰਦੀ ਹੈ ਤਾਂ ਕਮ ਸੇ ਕਮ ਪੁਲਿਸ ਨੂੰ ਆਪਣੀ ਛਵੀ ਸਾਫ਼ ਰੱਖਣ ਦੀ ਲੋੜ ਹੈ ਔਰ ਉਹਨਾਂ ਨੂੰ ਤੁਰੰਤ ਐਕਸ਼ਨ ਉਹਨਾਂ ਵਿਅਕਤੀਆਂ ਤੇ ਲੈਣਾ ਚਾਹੀਦਾ ਜਿਨ੍ਹਾਂ ਕੋਲੋਂ ਕੋਈ ਇਹੋ ਜਿਹੀ ਹਰਕਤ ਹੋਈ ਹੈ ਜਾਂ ਬਰਾਮਦਗੀ ਹੋਈ ਹੈ, ਤਾਂ ਕਿ ਸਾਰੀ ਪੁਲਿਸ ਦੀ ਛਵੀ ਨਾ ਖਰਾਬ ਹੋਵੇ। ਅਗਰ ਤੁਸੀਂ ਉਹਨਾਂ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਡੇ ਅਫਸਰਾਂ ਦੀ ਛਵੀ ਵੀ ਖਰਾਬ ਹੁੰਦੀ ਹੈ, ਤੁਹਾਡੀ ਸਰਕਾਰ ਦੀ ਛਵੀ ਵੀ ਖਰਾਬ ਹੁੰਦੀ ਹੈ। ਲੋਕੀ ਅੱਜ ਜਿੱਥੇ ਜਿਹੜੇ ਪੁਲਿਸ ਜਿਹੜੀ ਆਪੋਜੀਸ਼ਨ ਪਾਰਟੀਆਂ ਨੇ ਉਹ ਵੀ ਉਹਨਾਂ ਨੂੰ ਵੀ ਮੌਕਾ ਮਿਲਦਾ ਹੈ ਤੁਹਾਡੇ ਤੇ ਸਵਾਲ ਉਠਾਉਣ ਦਾ। ਪਰ ਡਾਕਟਰ ਸਾਹਿਬ ਇੱਕ ਪਾਸੇ ਤੁਸੀਂ ਦੇਖੋ ਵੀ ਛਵੀ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਪੰਜਾਬ ਪੁਲਿਸ ਦਾ ਵੀ ਆਪਾਂ ਜ਼ਿਕਰ ਕਰ ਰਹੇ ਹਾਂ, ਫੜਨ ਵਾਲੇ ਲੋਕ BSF, ਵੀਡੀਓ ਬਣਦੀ ਹੈ, ਸਭ ਕੁਝ ਸਬੂਤ ਸਭ ਕੁਝ ਸਾਹਮਣੇ ਹੁੰਦਾ ਹੈ। ਅੱਜ ਦੇ ਬਿਆਨ ਤੁਹਾਡੇ ਸਾਹਮਣੇ ਦਿਖਾ ਦਿੱਤੇ। ਹੁਣ ਇਨਕੁਆਇਰੀ ਕਿੰਨੇ ਕਰਨੀ ਹੈ? ਇਹ ਪੁਲਿਸ ਵਾਲਿਆਂ ਨੇ ਕਰਨੀ ਹੈ। ਇਹ ਜਾਂਚ ਤਫਤੀਸ਼ ਕਿੰਨੇ ਕਰਨੀ ਹੈ? ਇਹਨਾਂ ਨੇ ਕਰਨੀ ਹੈ। ਹੁਣ ਫਿਰ ਸ਼ੱਕ ਕਿਉਂ ਨਾ ਹੋਵੇ? ਜਿਹੜੇ ਕਿ ਹਾਲੇ ਜਾਂਚ ਸ਼ੁਰੂ ਨਹੀਂ ਹੋਈ ਪਰ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਡਿਫੈਂਡਿੰਗ ਮੋਡ ਦਿੱਤਾ ਹੁਣ ਵੀ ਨੇ ਉਹਨਾਂ ਦੀ, ਉਸ ਜਿਸ ਤਰੀਕੇ ਨਾਲ ਇੱਧਰ ਪਰਚਾ ਕਰ ਦਿੱਤਾ ਪਰ ਇਹ ਕਹਿੰਦੇ ਨਹੀਂ ਕਰਨ ਤਾਂ ਰਿਕਵਰੀ ਗਏ ਸੀ। ਕਿੰਨਾ ਕੁ ਔਖਾ ਹੈ ਪੁਲਿਸ ਵਾਸਤੇ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਰੋਜ਼ ਉਹਦੇ ਵਿੱਚ ਐਂਟਰੀ ਕਰਨੀ, ਕਿੰਨਾ ਕੁ ਔਖਾ ਹੈ ਪੁਲਿਸ ਵਾਸਤੇ ਆ ਸਾਰੇ ਸਬੂਤ ਇਕੱਠੇ ਕਰਨਾ ਉਹਨਾਂ ਨੂੰ ਬੇਗੁਨਾਹ ਕਰਨ ਵਾਸਤੇ, ਕਿ ਜਦੋਂ ਸਾਰਾ ਕੁਛ ਹੀ ਤਾਂ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਲਗਭਗ ਆਪਾਂ ਨੂੰ ਇਹਨਾਂ ਨੇ ਆਪਦਾ ਡਿਸੀਜਨ ਤਾਂ ਦੇ ਹੀ ਦਿੱਤਾ ਅੱਜ ਦੀ ਬਿਆਨ ਦੇ ਵਿੱਚ? ਬਿਲਕੁਲ ਬਿਲਕੁਲ, ਮੈਂ ਉਹੀ ਗੱਲ ਕਹਿਣਾ ਕਿ ਇਹਨਾਂ ਨੇ ਜਿਹੜਾ ਡਿਸੀਜਨ ਦਿੱਤਾ ਹੈ ਉਹ ਬਿਲਕੁਲ ਗਲਤ ਦਿੱਤਾ ਹੈ। ਇਹਨਾਂ ਨੂੰ ਡਿਫੈਂਡ ਨਹੀਂ ਸੀ ਕਰਨਾ ਚਾਹੀਦਾ। ਇਹਨਾਂ ਨੂੰ ਚਾਹੀਦਾ ਸੀ ਕਿ ਉਹਨਾਂ ਤੇ ਪਰਚਾ ਦੇ ਕੇ ਉਲਟਾ ਕਹਿੰਦੇ ਕਿ ਤਫਤੀਸ਼ ਕਰਾਂਗੇ ਅਸੀਂ। ਬਿਲਕੁਲ, ਹਾਂ, ਅਸੀਂ ਤਫਤੀਸ਼ ਕਰਾਂਗੇ ਤੇ ਸਾਡੇ 2 ਮੁਲਾਜ਼ਮ ਇਸ ਕੰਮ 'ਚ ਅਗਰ ਇਨਵੋਲਵਡ ਨੇ ਅਸੀਂ ਉਹਨਾਂ ਨੂੰ ਡਿਸਮਿਸ ਕਰਾਂਗੇ। ਇਹ ਬਣਦੀ ਸੀ ਗੱਲ ਕਰਨੀ, ਨਾ ਕਿ ਇਹ ਕਹਿਣਾ ਕਿ ਜੀ ਉਹ ਉੱਥੇ ਜਾ ਰਹੇ ਸੀ। ਉਲਟਾ ਇਹ ਵੀ ਕਿਹਾ ਗਿਆ ਕਿ ਜਿਹੜੇ ਲੋਕ ਇਹਨਾਂ ਦੇ ਪਿੱਛੇ ਭੱਜੇ ਨੇ ਜਾਂ ਪੁਲਿਸ ਦੇ ਸਰਕਾਰੀ ਕੰਮ ਕਰਨ 'ਚ ਵਿਘਨ ਪਾਇਆ, ਤਾਂ ਸਰਕਾਰੀ ਕੰਮ ਕੀ ਹੋ ਰਿਹਾ ਸੀਗਾ ਕਿ ਉਹ ਹੀਰੋਇਨ ਤਸਕਰ ਕਰ ਰਹੇ ਸੀਗੇ। ਤਸਕਰੀ ਦੇ ਜਿਹੜੇ ਸਮਗਲਰ ਸਰਕਾਰ ਦੀ ਵਰਦੀ ਸੀ ਉਹਨਾਂ ਨੂੰ ਲੋਕਾਂ ਨੇ ਘੇਰਿਆ, ਇਹ ਸਰਕਾਰੀ ਕੰਮ 'ਚ ਵਿਘਨ ਹੋ ਗਿਆ। ਸੋ ਇਹ ਬੜੀ ਹਾਸੋਹੀਣੀ ਜੀ ਗੱਲ ਬਣ ਗਈ ਹੈ ਤੇ ਬਿਆਨ ਜਿਹੜਾ ਹੈਗਾ ਪੁਲਿਸ ਦਾ ਅਫਸਰਾਂ ਦਾ ਉਹ ਵੀ ਬੜਾ ਹਾਸੋਹੀਣਾ ਬਣ ਗਿਆ। ਸੋ ਇਹਦੇ ਤੇ ਮੇਨਲੀ ਜਿਹੜੀ ਗੱਲ ਹੈਗੀ ਉਹ ਇਹੀ ਹੈ ਕਿ ਪੁਲਿਸ ਨੂੰ ਜਿਹੜਾ ਐਕਸ਼ਨ ਹੈ ਤੁਰੰਤ ਉਹਨਾਂ ਤੇ ਲੈ ਕੇ ਉਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ। ਸਭ ਕੇਜਰੀਵਾਲ ਜੀ ਨੇ ਕਿਹਾ ਕਿ ਹਾਲੇ ਤੱਕ ਪੰਜਾਬ ਦੇ ਬੈਸਟ CM ਸਾਡੇ ਭਗਵੰਤ ਮਾਨ ਜੀ ਨੇ। ਕਿਵੇਂ ਦੇਖਦੇ ਹੋ ਵੈਸੇ ਉਸ ਬਿਆਨ ਨੂੰ ਵੀ? ਕਿਉਂਕਿ ਉੱਥੇ ਵਿਰੋਧੀ ਬੜਾ ਘੇਰਾ ਪਾ ਰਹੇ ਨੇ, ਕਹਿੰਦਾ ਫਿਰ ਪੁਰਾਣਿਆਂ ਨੇ ਤਾਂ ਕੁਛ ਹੀ ਨਹੀਂ ਕੀਤਾ ਜੀ। ਦੇਖੋ, ਮੈਂ ਇਹ ਨਹੀਂ ਕਹਾਂਗਾ ਕਿ ਪੁਰਾਣਿਆਂ ਨੇ ਕੁਝ ਨਹੀਂ ਕੀਤਾ, ਪਰ ਪੁਰਾਣਿਆਂ ਨੇ ਕੁਝ ਇਹੋ ਜਿਹੇ ਕੰਡੇ ਵੀ ਬੀਜੇ ਨੇ ਜਿਹੜੇ ਕਿ ਨਵੇਂ ਆ ਕੇ ਚੁਗ ਰਹੇ ਨੇ। ਹੁਣ ਅੱਜ ਭਗਵੰਤ ਮਾਨ ਜੀ ਦੀ ਛਵੀ ਦੇ ਉੱਤੇ ਪਰਸਨਲ ਤੌਰ ਤੇ ਅਗਰ ਮੈਂ ਕਹਾਂ ਐਜ਼ ਏ ਵਿਅਕਤੀ ਵਿਸ਼ੇਸ਼, ਭਗਵੰਤ ਮਾਨ ਜੀ ਤੇ ਕੋਈ ਵੀ ਇਸ ਤਰ੍ਹਾਂ ਦਾ ਐਲੀਗੇਸ਼ਨ ਨਹੀਂ ਹੈ ਕਿ ਉਹ ਕਰਪਟ ਹਨ ਜਾਂ ਉਹ ਰਿਸ਼ਵਤਖੋਰ ਹਨ ਜਾਂ ਉਹਨਾਂ ਦੀ ਨੀਅਤ ਵਿੱਚ ਕੋਈ ਖੋਟ ਹੈ। ਵੱਖਰੀ ਗੱਲ ਹੈ ਕਿ ਉਹਨਾਂ ਨੂੰ ਇਸ ਵੇਲੇ ਆਪਣੇ ਪੁਰਾਣਿਆਂ ਦੇ ਬੀਜੇ ਹੋਏ ਕੰਡੇ ਜਿਹੜੇ ਚੁਗਣ ਦੇ ਵਿੱਚ ਇੰਨੀਆਂ ਔਕੜਾਂ ਆ ਰਹੀਆਂ ਨੇ ਕਿ ਉਹ ਆਪਣੀ ਛਵੀ ਨੂੰ ਬਚਾਉਣ ਦੀ ਖਾਤਰ ਵੀ ਕਈ ਵਾਰ ਇਹੋ ਜਿਹੀਆਂ ਗੱਲਾਂ 'ਚ ਫਸ ਜਾਂਦੇ ਨੇ ਜਿਹੜੀਆਂ ਕਿ ਅਨਨੋਟਿਸਡਲੀ ਉਹਨਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ। ਜਿਵੇਂ ਕਿ ਤੁਹਾਡੇ ਸਾਹਮਣੇ ਹੈ ਕਿ ਸਕੂਲਾਂ ਦਾ ਮਸਲਾ ਹੋਇਆ ਕਿ ਕੇਜਰੀਵਾਲ ਜੀ ਪੰਜਾਬ 'ਚ ਆਏ, ਸਕੂਲ ਦੀ ਗੱਲ ਕੀਤੀ, ਮਾਡਲ ਸਕੂਲ ਬਣਾ ਲਿਆ, ਐਮੀਨੈਂਟ ਸਕੂਲ ਬਣਾਤਾ, ਸਭ ਕੁਝ ਗੱਲਾਂ ਆ ਗਈਆਂ ਸਾਹਮਣੇ। ਉੱਥੇ ਤਾਮ ਝਾਮ ਲਾ ਕੇ ਉਹਦਾ ਰੌਲਾ ਪ੍ਰਚਾਰ ਵੀ ਕੀਤਾ ਗਿਆ, ਪਰ ਇਹਨਾਂ ਦੇ ਇੱਕ MLA ਨੇ ਇੱਕ ਪੋਸਟ ਪਾ ਕੇ ਉਹਦੀ ਸਾਰੀ ਦੀ ਸਾਰੀ ਜਿਹੜੀ ਹੈ ਮਿੱਟੀ ਕਰ ਦਿੱਤੀ ਕਿ ਜੀ ਇਹ ਸਕੂਲ ਤਾਂ ਪਹਿਲਾਂ ਸਤਪਾਲ ਡਾਂਗ ਜੀ ਦੇ ਵੇਲੇ ਦਾ ਬਣਿਆ ਹੋਇਆ ਸੀਗਾ ਔਰ ਉਹ ਪ੍ਰਮੋਟ ਕਰ ਰਹੇ ਸੀ ਇਹਨੂੰ, ਤੇ ਇਹਦੇ 'ਚ ਮੈਨੂੰ ਦਿਖਾਇਆ ਜਾਵੇ। ਮੈਂ ਗਿਆ ਵੀ ਸੀ ਉੱਥੇ
ਤੇ ਹੁਣ ਇਹ ਜਿਹੀਆਂ ਗੱਲਾਂ ਜਦੋਂ ਸਾਹਮਣੇ ਆਉਂਦੀਆਂ ਨੇ ਤਾਂ ਉੱਥੇ ਮੈਂ ਮਹਿਸੂਸ ਕਰਦਾ ਐਜ਼ ਏ ਨਿਊਟਰਲ ਮੈਨ, ਮੈਂ ਮਹਿਸੂਸ ਕਰਦਾ ਐਜ਼ ਇੱਕ ਮਤਲਬ ਨਿਰਪੱਖਤਾ ਤੌਰ ਤੇ ਮੈਂ ਮਹਿਸੂਸ ਕਰਦਾ ਕਿ ਸਰਕਾਰ ਨੂੰ ਇਹੋ ਜਿਹੇ ਡਰਾਮੇ ਕਰਨ ਦੀ ਲੋੜ ਕੀ ਹੈ। ਤੁਹਾਨੂੰ ਜ਼ਰੂਰਤ ਹੀ ਨਹੀਂ, ਤੁਸੀਂ ਕੰਮ ਕਰਦੇ ਜਾਓ, ਅੱਗੇ ਵੱਧਦੇ ਜਾਓ, ਵਧੀਆ ਰੋਡ ਮੈਪ ਦਿਓ, ਆਪਣੇ ਕੰਮ ਨੂੰ ਕਿਵੇਂ ਸਕਸੈਸਫੁਲ ਕਰਨਾ ਉਹਦੇ ਤੇ ਪੈਸਾ ਲਾਓ। ਜਿਹੜਾ ਇੰਨਾ ਕਰੋੜਾਂ ਰੁਪਈਆ ਤੁਸੀਂ ਇਹੋ ਜਿਹੀਆਂ ਗੱਲਾਂ ਦੇ ਪ੍ਰਚਾਰ ਲਈ ਲਾਉਣੇ ਹੋ, ਫਿਰ ਆਪ ਹੀ ਫਸ ਜਾਂਦੇ ਹੋ। ਫਿਰ ਤੁਹਾਨੂੰ ਵਿਰੋਧੀ ਜਿਹੜਾ ਕਦੇ ਖਹਿਰੇ ਨੇ ਘੇਰ ਲਿਆ, ਕਦੇ ਵੇਰਕਾ ਨੇ ਘੇਰ ਲਿਆ, ਕਦੇ ਤੁਹਾਨੂੰ ਤੁਹਾਡੇ ਐਮਐਲਏ ਨੇ ਘੇਰ ਲਿਆ, ਤੁਸੀਂ ਤਾਂ ਆਪ ਹੀ ਆਪਣੇ ਜੰਜਾਲ 'ਚ ਫਸਦੇ ਜਾ ਰਹੇ ਹੋ। ਜਾਂ ਤਾਂ ਤੁਹਾਡੇ ਜਿਹੜੇ ਸਲਾਹਕਾਰ ਨੇ ਉਹ ਤੁਹਾਨੂੰ ਗਲਤ ਗਾਈਡ ਕਰਦੇ ਨੇ, ਜਾਂ ਫਿਰ ਤੁਸੀਂ ਫੋਕੀ ਸ਼ੋਹਰਤ ਦੀ ਖਾਤਰ ਇਹੋ ਜਿਹੀਆਂ ਹਰਕਤਾਂ ਕਰਦੇ ਹੋ। ਮੈਂ ਸਮਝਦਾ ਜੇਕਰ ਐਗਜ਼ੈਕਟਲੀ ਕਹੂੰਗਾ ਕਿ ਜਿਹੜਾ ਕੋਈ ਸੀਐਮ ਹੈ ਉਹ ਲੋਕਾਂ ਨੂੰ ਪਤਾ ਹੀ ਹੈ ਕਿ ਉਹ ਸੀਐਮ ਹੈ, ਔਰ ਉਹਦੀ ਫੋਟੋ ਕਿਸੇ ਵੀ ਚੀਜ਼ ਤੇ ਲਾਉਣ ਦੀ ਲੋੜ ਹੀ ਨਹੀਂ ਹੈ, ਜਾਂ ਲਿਖਣ ਦੀ ਲੋੜ ਨਹੀਂ ਕਿ ਸੀਐਮ ਪੰਜਾਬ ਫਲਾਣੇ ਨੇ ਆਹ ਕਰਤਾ। ਉਹ ਤਾਂ ਸੀਐਮ ਹੈਗਾ ਹੀ ਹੈ, ਉਹਨੇ ਰਹਿਣਾ ਹੀ ਹੈ, ਉਹਨੂੰ ਬੱਚਾ ਬੱਚਾ ਜਾਣਦਾ ਹੈ। ਉਹਨੂੰ ਤਾਂ ਸਿਰਫ ਇਹ ਕਰਨਾ ਚਾਹੀਦਾ ਕਿ ਮੈਂ ਆਹ ਕੰਮ ਕਰਨ ਜਾ ਰਿਹਾ ਅਗਲੇ ਹਫਤੇ, ਤੇ ਆਹ ਕੰਮ ਮੈਂ ਪਿਛਲੇ ਹਫਤੇ ਕਰਤਾ। ਇਹ ਚੀਜ਼ਾਂ ਲਈ ਤੁਸੀਂ ਸਟੂਡੀਓ ਬਣਾਇਆ ਆਪਣੇ ਸੈਕਟਰੀਏਟ ਦੇ ਵਿੱਚ, ਕਿਉਂਕਿ ਤੁਸੀਂ ਪਰਸਨਲੀ ਮੀਡੀਆ ਦੇ ਸਾਹਮਣੇ ਉਹਨਾਂ ਦੇ ਸਵਾਲ ਜਵਾਬਾਂ ਦੇ ਵਿੱਚ ਨਹੀਂ ਉਲਝਣਾ ਚਾਹੁੰਦੇ। ਬਹੁਤ ਵਧੀਆ ਗੱਲ ਸੀ, ਮੈਨੂੰ ਅੱਛੀ ਲੱਗੀ ਉਹ ਗੱਲ ਕਿ ਇਹਨਾਂ ਨੇ ਸੈਕਟਰੀਏਟ ਦੇ ਅੰਦਰ ਇੱਕ ਸਟੂਡੀਓ ਬਣਾਇਆ। ਦੈਟ ਵਾਜ਼ ਗੁੱਡ। ਉਹ ਫੋਰਨ ਸਟਾਈਲ ਤੇ ਬਣਾਇਆ ਗਿਆ। ਜਿਵੇਂ ਫੋਰਨ ਦੇ ਵਿੱਚ ਕੀ ਹੈ ਕਿ ਉਹਨਾਂ ਦੇ ਜਿਹੜੇ ਮੰਤਰੀ ਨੇ ਜਾਂ ਪ੍ਰਧਾਨ ਮੰਤਰੀ ਹੈ, ਉਹ ਆਪਣਾ ਇੱਕ ਰੋਡ ਮੈਪ ਲੈ ਕੇ ਆ ਕੇ ਦੱਸ ਦਿੰਦੇ ਕਿ ਅਸੀਂ, ਸਾਡੀ ਸਰਕਾਰ ਅਗਲੇ ਆਹ ਕੁਝ ਕਰੇਗੀ। ਫਿਰ ਉਹ ਰਿਪੋਰਟ ਦਿੰਦੇ ਆ ਕਿ ਸਾਡੀ ਸਰਕਾਰ ਨੇ ਪਿਛਲੇ ਮਹੀਨੇ ਦੇ ਵਿੱਚ ਕੀ ਕੀਤਾ। ਦੈਟ ਇਜ਼ ਅ ਮੰਥਲੀ ਰਿਪੋਰਟ। ਸੋ ਐਵੇਂ ਜਿਵੇਂ ਅਗਰ ਇਹਨਾਂ ਨੇ ਬਾਕੀ ਦੇ ਆਪਣੇ ਮਿਨਿਸਟਰਾਂ ਨੂੰ ਬੋਲਣ ਲਈ ਬੰਦ ਕੀਤਾ ਹੋਇਆ, ਮਨਾ ਕੀਤਾ ਹੋਇਆ, ਤੇ ਖੁਦ ਕੱਲੇ ਸੀਐਮ ਸਾਹਿਬ ਨਹੀਂ ਬੋਲਣਾ, ਤਾਂ ਉਹਨਾਂ ਨੂੰ ਆਪਣਾ ਜਿਹੜਾ ਉਹ ਆਫਿਸ ਹੈ ਉਹਨੂੰ ਵਧੀਆ ਤਰੀਕੇ ਨਾਲ ਵਰਤਣਾ ਚਾਹੀਦਾ, ਔਰ ਉੱਥੋਂ ਉਹ ਆਪਣਾ ਰੋਡ ਮੈਪ ਜਾਂ ਆਪਣਾ ਕੀਤੇ ਹੋਏ ਕੰਮਾਂ ਦੀ ਡਿਵੈਲਪਮੈਂਟ ਦੀ ਗੱਲ ਕਰਕੇ ਲੋਕਾਂ ਨੂੰ ਦੱਸਣ, ਬਜਾਏ ਕਿ ਇਹੋ ਜਿਹੇ ਜਿਹੜੇ ਡਰਾਮੇ ਕਰਨ ਵਾਲੀਆਂ ਗੱਲਾਂ ਨੇ। ਕਦੇ ਅਮੈਂਡਮੈਂਟ ਕਰ ਲਈ ਜੀ ਐਕਟ ਦੇ ਵਿੱਚ, ਜਿਹੜੀ ਕਿ ਲੋੜ ਹੀ ਨਹੀਂ ਹੈ ਕਿਸੇ ਚੀਜ਼ ਦੀ। ਵਿਵਾਦਿਤ ਗੱਲਾਂ ਤੋਂ ਬਚ ਕੇ ਚੱਲਣ ਦੀ ਲੋੜ ਹੈ। ਮੈਂ ਤਾਂ ਇਹੀ ਨਸੀਹਤ ਦੇ ਸਕਦਾ ਐਜ਼ ਏ ਨਿਊਟਰਲ ਐਂਡ ਇੰਡੀਪੈਂਡੈਂਟ ਪਰਸਨ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਮੇਰੇ ਨਾਲ ਜੁੜੇ ਤੇ ਆਪਦਾ ਕੀਮਤੀ ਸਮਾਂ ਦਿੱਤਾ ਤੇ ਆਪਦੀ ਬੇਬਾਕ ਰਾਏ ਰੱਖੀ। ਬਹੁਤ ਬਹੁਤ ਧੰਨਵਾਦ ਮੇਰੇ ਨਾਲ ਜੁੜਨ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਸੀ ਡਾਕਟਰ ਪਰਮਜੀਤ ਰਾਣੋ ਜੀ, ਤੇ ਇਹ ਸੀ ਉਹਨਾਂ ਦਾ ਨਜ਼ਰੀਆ। ਕੱਲ ਫਿਰ ਮਿਲਾਂਗੇ ਕਿਸੇ ਹੋਰ ਖਬਰ ਤੇ ਨਜ਼ਰ ਲੈ ਕੇ, ਨਜ਼ਰੀਆ ਪਿਆਉਣ ਦਾ ਵਿੱਚ। ਤਦ ਤੱਕ ਦੋ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।